second year students. Today we are start Supreme Court. What do you mean by the Supreme Court? What is the Supreme Court? ਸਰਕਾਰ ਦੇ 3 ਅੰਗਾਂ ਦੇ ਵਿੱਚੋਂ ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ। ਜਿਹੜੀ ਨਿਆਂਪਾਲਿਕਾ ਹੈ ਉਸ ਦੇ ਵਿੱਚ ਆਉਂਦੇ ਨੇ ਬੇਟਾ ਸੁਪਰੀਮ ਕੋਰਟ ਤੇ ਹਾਈ ਕੋਰਟ। ਠੀਕ ਹੈ, ਜਿਹੜੀ ਆਪਣੀ ਸੁਪਰੀਮ ਕੋਰਟ ਹੈ ਇਸ ਨੂੰ ਗਾਰਡੀਅਨ ਆਫ ਦੀ ਕੌਂਸਟੀਟਿਊਸ਼ਨ, ਲੋਕਤੰਤਰ ਦੀ ਵਾਚਡੌਗ ਆਫ ਦੀ ਡੈਮੋਕ੍ਰੇਸੀ, ਲੋਕਤੰਤਰ ਦੀ ਪਹਿਰੇਦਾਰ ਜਾਂ ਸੁਤੰਤਰਤਾ ਦੀ ਸਮਰਥਕ ਵੀ ਕਿਹਾ ਜਾਂਦਾ ਹੈ। ਕਿਉਂਕਿ ਬੇਟਾ ਸਾਡੀ ਜਿਹੜੀ ਨਿਆਇਕ ਵਿਵਸਥਾ ਹੈ ਇਹ ਸਾਡੇ ਸੰਵਿਧਾਨਿਕ ਢਾਂਚਿਆਂ ਨੂੰ ਇੱਕ ਵਿਵਹਾਰਿਕ ਰੂਪ ਦਿੰਦੀ ਹੈ, ਇੱਕ ਨਿਆਇਕ ਰੂਪ ਦਿੰਦੀ ਹੈ। ਕਿਉਂਕਿ ਬੇਟਾ ਅਗਰ ਇਹ ਨਿਆਇ ਵਿਵਸਥਾ ਨਾ ਹੋਵੇ ਤਾਂ ਸਾਡੇ ਅਧਿਕਾਰ, ਸਾਡੇ ਕਰਤੱਵ ਔਰ ਸਾਨੂੰ ਜੋ ਵੀ ਰਾਈਟਸ ਮਿਲੇ ਹੋਏ ਨੇ ਉਹ ਸਾਰੇ ਕੋਈ ਮਾਇਨੇ ਨਹੀਂ ਰਖਾਉਂਦੇ। ਠੀਕ ਹੈ, ਭਾਰਤੀ ਨਿਆਇ ਪ੍ਰਣਾਲੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ? ਨੰਬਰ 1, ਸਿੰਗਲ ਜੁਡੀਸ਼ੀਅਲ ਸਿਸਟਮ। ਇਸ ਦਾ ਮਤਲਬ ਹੈ ਕਿ ਭਾਰਤ ਦੇ ਵਿੱਚ ਇੱਕ ਹਰੀ ਨਿਆਇ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਭਾਰਤ ਵਿੱਚ ਸਰਵਉੱਚ ਅਦਾਲਤ ਸੁਪਰੀਮ ਕੋਰਟ ਹੈ ਅਤੇ ਉਸ ਦੇ ਅਧੀਨ ਹਾਈ ਕੋਰਟ ਹੈ ਅਤੇ ਹਾਈ ਕੋਰਟ ਦੇ ਅਧੀਨ ਯਾਨੀ ਕਿ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਨੇ। ਔਰ ਇਸ ਦਾ ਮਤਲਬ ਕੀ ਹੈ ਕਿ ਬੇਟਾ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹੋ। ਹਾਈ ਕੋਰਟ ਨੇ ਅਗਰ ਤੁਹਾਡੇ ਖਿਲਾਫ ਕੋਈ ਕਾਰਵਾਈ ਕੀਤੀ ਜਾਂ ਹਾਈ ਕੋਰਟ ਦੇ ਵਿੱਚ ਤੁਸੀਂ ਹਾਈ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹੋ। ਜੁਡੀਸ਼ਰੀ ਹੈਜ਼ ਬੀਨ ਸੈਪਰੇਟਿਡ ਫਰੋਮ ਦੀ ਐਗਜ਼ੀਕਿਊਟਿਵ। ਨਿਆਂਪਾਲਿਕਾ ਨੂੰ ਕਾਰਜ ਸਾਧਕਾਂ ਯਾਨੀ ਕਿ ਕਾਰਜਪਾਲਿਕਾ ਤੋਂ ਵੱਖਰਾ ਕੀਤਾ ਗਿਆ ਹੈ ਤਾਂ ਕਿ ਨਿਆਇ ਵਿਵਸਥਾ ਨੂੰ ਪ੍ਰੋਪਰ ਔਰ ਇੰਡੀਪੈਂਡੈਂਸ ਢੰਗ ਨਾਲ ਚਲਾਇਆ ਜਾ ਸਕੇ ਕਿ ਕਿਸੇ ਦੇ ਪ੍ਰੈਸ਼ਰ ਦੇ ਅਧੀਨ ਆ ਕੇ ਨਿਆਂਪਾਲਿਕਾ ਜਿਹੜੀ ਹੈਗੀ ਆਪਣੇ ਡਿਸੀਜ਼ਨਸ ਨਾ ਲਵੇ। ਉਸ ਤੋਂ ਬਾਅਦ ਬੇਟਾ ਪ੍ਰੋਵੀਜ਼ਨਸ ਟੂ ਮੇਕ ਜੁਡੀਸ਼ਰੀ ਇੰਡੀਪੈਂਡੈਂਟ। ਨਿਆਂਪਾਲਿਕਾ ਨੂੰ ਸੁਤੰਤਰ ਬਣਾਉਣ ਦੀਆਂ ਵਿਵਸਥਾਵਾਂ ਕਿਸ ਤਰ੍ਹਾਂ, ਕਿਹੜੀਆਂ ਵਿਵਸਥਾਵਾਂ ਨੇ ਜਿਹਦੇ ਅੰਡਰ ਨਿਆਂਪਾਲਿਕਾ ਆਪਣਾ ਕੰਮ ਪੂਰੀ ਤਰ੍ਹਾਂ ਇੰਡੀਪੈਂਡੈਂਸ ਤਰੀਕੇ ਨਾਲ ਕਰਦੀ ਹੈ? ਨੰਬਰ 1 ਕਿ ਜੱਜਾਂ ਦੀਆਂ ਨਿਯੁਕਤੀਆਂ ਸੰਵਿਧਾਨਿਕ ਅਨੁਸਾਰ ਨਿਸ਼ਚਿਤ ਯੋਗਤਾਵਾਂ ਦੇ ਆਧਾਰ 'ਤੇ ਕੀਤੀ ਜਾਂਦੀ, ਯਾਨੀ ਕਿ ਜਿਹੜੇ ਫੈਸਲਾ ਕਰਨ ਵਾਲੇ ਜੱਜ ਨੇ ਉਹਨਾਂ ਦੀਆਂ ਨਿਯੁਕਤੀਆਂ ਜੋ ਸਾਡੇ ਸੰਵਿਧਾਨ ਦੇ ਵਿੱਚ ਵਿਵਸਥਾਵਾਂ ਦਿੱਤੀਆਂ ਗਈਆਂ ਨੇ ਉਹਦੇ ਅਕੋਰਡਿੰਗਲੀ ਕੀਤੀ ਜਾਂਦੀ ਹੈ। ਸੈਕਿੰਡ, ਜੱਜਾਂ ਨੂੰ ਅਹੁਦੇ ਤੋਂ ਵੱਖ ਕਰਨ ਦੀ ਔਖੀ ਵਿਧੀ ਅਪਣਾਈ ਗਈ ਹੈ। ਔਖੀ ਵਿਧੀ ਦਾ ਮਤਲਬ ਹੈ ਕਿ ਜੱਜਾਂ ਨੂੰ ਉਹਨਾਂ ਦੀ ਪਦਵੀ ਤੋਂ ਹਟਾਉਣਾ ਜਾਂ ਉਹਨਾਂ ਨੂੰ ਸਸਪੈਂਡ ਕਰਨਾ ਇੰਨਾ ਸੌਖਾ ਨਹੀਂ ਹੈ। ਇਸ ਦੇ ਲਈ ਜੱਜਾਂ ਦੇ ਖਿਲਾਫ ਅਵਿਸ਼ਵਾਸ ਪੱਤਰ ਜਿਹੜਾ ਹੈਗਾ ਉਹ ਸੰਸਦ ਦੇ ਵਿੱਚ ਜਾਂਦਾ ਹੈ। ਜਦੋਂ ਸੰਸਦ ਦੇ ਦੋਨੋਂ ਸਦਨ ਉਹਨੂੰ 2/3 ਬਹੁਮਤ ਨਾਲ ਪਾਸ ਕਰ ਦਿੰਦੇ ਨੇ, ਓਨਲੀ ਦੈਨ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਿਸ ਨੂੰ ਉਹਨਾਂ ਦੀ ਪਦਵੀ ਤੋਂ ਹਟਾਇਆ ਜਾ ਸਕਦਾ ਹੈ, ਅਦਰਵਾਈਜ਼ ਨਹੀਂ। ਜੱਜਾਂ ਦਾ ਕਾਰਜਕਾਲ ਬਾਕੀ ਸੇਵਾਵਾਂ ਨਾਲੋਂ ਲੰਬਾ ਹੈ। ਆਪਣੇ ਜੁਡੀਸ਼ੀਅਲ ਸਿਸਟਮ ਨੂੰ ਇੱਕ ਵਧੀਆ ਪ੍ਰੋਪਰ ਢੰਗ ਨਾਲ ਬਣਾਉਣ ਦੇ ਲਈ ਜਿਹੜੇ ਸਾਡੇ ਜੱਜਿਸ ਨੇ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਹੈ ਜਾਂ ਕਾਰਜਕਾਲ ਹੈ ਉਹ ਵੀ 65 ਈਅਰਸ ਯਾਨੀ ਕਿ ਸਭ ਤੋਂ ਲੰਬਾ ਰੱਖਿਆ ਗਿਆ ਹੈ। ਜੱਜਾਂ ਦੇ ਕਾਰਜਕਾਲ ਦੌਰਾਨ ਉਹਨਾਂ ਦੀਆਂ ਤਨਖਾਹਾਂ ਅਤੇ ਭੱਤੇ ਘੱਟ ਨਹੀਂ ਕੀਤੇ ਜਾ ਸਕਦੇ ਕਿਉਂਕਿ ਬੇਟਾ ਅਗਰ ਸੈਲਰੀਜ਼ ਜਾਂ ਜੋ ਵੀ ਉਹਨਾਂ ਨੂੰ ਕੰਪਨਸੇਸ਼ਨ ਮਿਲਦੀ ਹੈ ਅਗਰ ਉਹ ਘੱਟ ਕਰ ਦਿੱਤੀਆਂ ਜਾਣ ਤਾਂ ਜੱਜਿਸ ਆਪਣਾ ਕੰਮ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਸਕਦੇ ਕਿਉਂਕਿ ਬੇਟਾ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ, ਹਰ ਕੋਈ ਮਨੀ ਮਾਈਂਡਡ ਹੈ। ਅਗਰ ਉਹਨਾਂ ਦੀਆਂ ਸੈਲਰੀਜ਼ ਘੱਟ ਹੋਣਗੀਆਂ ਤਾਂ ਉਹ ਕਿਸੇ ਵੀ ਕਰਪਸ਼ਨ ਜਾਂ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਆਪਣਾ ਫੈਸਲਾ ਸੁਣਾ ਸਕਦੇ ਨੇ। ਰਿਟਾਇਰ ਹੋਣ ਦੇ ਪਿੱਛੋਂ ਜੱਜ ਵਕਾਲਤ ਨਹੀਂ ਕਰ ਸਕਦੇ, ਯਾਨੀ ਕਿ ਜੱਜਿਸ ਜਿਹੜੇ ਹੈਗੇ ਨੇ ਉਹ ਵਕਾਲਤ ਨਹੀਂ ਕਰ ਸਕਦੇ ਜਦੋਂ ਉਹ ਰਿਟਾਇਰ ਹੋ ਜਾਣ ਕਿਉਂਕਿ ਉਹਨਾਂ ਨੂੰ ਨਿਆਇਕ ਵਿਵਸਥਾ ਬਾਰੇ ਸਭ ਕੁਝ ਪਤਾ ਹੈ। ਉਹ ਦਾਅ ਪੇਚ ਜਿਹੜੇ ਹੈਗੇ ਉਹਨਾਂ ਦਾ ਗਲਤ ਯੂਜ਼ ਨਾ ਹੋ ਸਕੇ, ਇਸ ਕਰਕੇ ਇਹ ਘੱਟ ਕੀਤਾ ਗਿਆ ਹੈ। ਪ੍ਰੋਵੀਜ਼ਨ ਆਫ ਜੁਡੀਸ਼ੀਅਲ ਰਿਵਿਊ। ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ। ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਹੈ ਕਿ ਬੇਟਾ ਜਿਹੜੇ ਵਿਧਾਨਪਾਲਿਕਾ ਨੇ ਕਾਨੂੰਨ ਬਣਾ ਦਿੱਤੇ, ਲੈਜਿਸਲੇਟਿਵ ਨੇ ਜੋ ਕਾਨੂੰਨ ਬਣਾ ਦਿੱਤੇ ਔਰ ਐਗਜ਼ੀਕਿਊਟਿਵ ਨੇ ਜਿਹੜੇ ਕਾਨੂੰਨ ਲਾਗੂ ਕਰ ਦਿੱਤੇ, ਨਿਆਂਪਾਲਿਕਾ ਇਹ ਦੇਖਦੀ ਹੈ ਕਿ ਕੀ ਉਹ ਜਿਹੜੇ ਕਾਨੂੰਨ ਨੇ ਉਹ ਅਕੋਰਡਿੰਗ ਟੂ ਦਾ ਕੌਂਸਟੀਟਿਊਸ਼ਨ ਹੈ ਜਾਂ ਨਹੀਂ ਹੈ। ਠੀਕ ਹੈ, ਅਗਰ ਕੋਈ ਕਾਨੂੰਨ ਜਿਹੜਾ ਹੈਗਾ ਉਹ ਸੰਵਿਧਾਨ ਦੇ ਵਿਰੁੱਧ ਨਹੀਂ ਹੈ, ਸੰਵਿਧਾਨ ਦੇ ਵਿਰੁੱਧ ਹੈ ਤਾਂ ਨਿਆਂਪਾਲਿਕਾ ਜਿਹੜੀ ਹੈਗੀ ਹੈ ਉਸਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਲੇਕਿਨ ਬੇਟਾ ਯਾਦ ਰੱਖੇ ਜੁਡੀਸ਼ੀਅਲ ਰਿਵਿਊ ਦਾ ਜਿਹੜਾ ਰਾਈਟ ਹੈ ਇਹ ਨਿਆਂਪਾਲਿਕਾ ਆਪਣੇ ਆਪ ਨਹੀਂ ਕਰ ਸਕਦੀ ਕਿਉਂਕਿ ਇਹ ਤਾਂ ਹੀ ਯੂਜ਼ ਕੀਤਾ ਜਾ ਸਕਦਾ ਹੈ ਅਗਰ ਕੋਈ ਵਿਅਕਤੀ ਜਾਂ ਫਿਰ ਇੰਸਟੀਟਿਊਸ਼ਨ ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਦੁਆਰਾ ਬਣਾਏ ਅਤੇ ਲਾਗੂ ਕੀਤੇ ਗਏ ਕਾਨੂੰਨ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਚੈਲੰਜ ਕਰਦਾ ਹੈ।
समझ आ गई। सपोज दैट फॉर द एग्जाम्पल कि मैं क्लास नहीं लिती, ठीक है, मैं अज क्लास नहीं लिती हैगी तो प्रिंसीपल मैम अगर मैनू कहन कि तुसी क्लास क्यों नहीं लिती, ਇਹਦਾ जवाब दो मैनू, है ना। तो मैं उन्होंने एक ही गल कहूँगी कि मैडम थानू किवें पता है कि मैं क्लास लिती या नहीं लिती, क्योंकि वो भी मैनू क्वेश्चनिंग तद तक नहीं कर सकते जब तक थोड़े चो कोई बच्चा उठ के मेरी शिकायत ना कर दवे। समझ आ गई। उस तो बाद है बेटा रूल ऑफ लॉ, साडे कानून का शासन है। संविधान की धारा 14 के अधीन हर एक व्यक्ति कानून के सामने समान होएगा, चाहे वो किसी भी रंग, जाति, नस्ल, धर्म के आधार पर हो, लिंग के आधार पर हो, किसी भी परसन के नाल कोई डिस्क्रिमिनेशन नहीं किया जाएगा। समझ आ गई बेटा। रूल ऑफ लॉ मीनस देयर इज़ नो डिस्क्रिमिनेशन ऑन द बेसिस ऑफ कास्ट, सैक्स, कलर के बिहाफ पे। ओके। बेंच सिस्टम ऑफ द सुप्रीम कोर्ट एंड हाई कोर्ट, बेंच प्रणाली है, यानी कि सुप्रीम कोर्ट के जो कोई फैसला लेंदा एक बेंच प्रणाली बैठती है। बेंच मीनस जिहदे विच 4 या 5 जजिस बैठते हैं और वो फैसला जॉइंटली होकर लेंदे ने। ओपन हियरिंग ऑफ ट्रायल्स, मुकदमियां की खुली सुनवाई। हाई कोर्ट या सुप्रीम कोर्ट के जो भी फैसले होंदे ने, जो भी न्यायिक व्यवस्था चलती है, जो भी कोर्ट केसेस चल रहे होंगे उन्होंने खुली सुनवाई होंदी है, कोई भी उसनूं जिहड़ा हैगा सुन सकता है। प्रोविजन ऑफ एस्टैबलिश स्पैशल कोर्ट्स, कभी कभी विशेष अदालत भी जड़ियाँ हैगियां वो बिठाई जांदियां ने किसी स्पैशल मुकदमे के लिए। लोक अदालत बिठाई जांदियां ताकि लोगों को जिहड़ा हैगा ईजिली न्याय मिल सके। महिला अदालतों का गठन, कोई ऐसे केसेस होंदे ने जिन्हां दे विच स्पैशली महिलावां दे लई कोई प्रोविजनस करन दी लोड़ है तो उहदे विच भी की है स्पैशल वूमेंस ऑर्गेनाइजेशन, वूमेंस कोर्ट बनाए जाते हैं। जुडिशियल एक्टिविज़म, वॉट इज़ द डिफरेंस बिटवीन जुडिशियल रिव्यू एंड जुडिशियल एक्टिविटिज़म। एक्टिविटिज़म का मतलब की होंदा है कि जुडिशियल अपनी हदां तो बाहर जाके भी काम कर सकती है। सपोज दैट कि कई बार किहो जे इलाकों के आप कहते हैं कि सुप्रीम कोर्ट ने आह वाले ऑर्डर दिते हैं, है ना, हाई जी न्यायपालिका, कार्यपालिका, विधानपालिका तो उपर उठ के न्यायपालिका जी हैगी अगर उन्होंने खेतर के दखल अंदाजी करती है तो उसमें आप की कहते हैं जुडिशियल एक्टिविज़म। मुकदमिਆਂ के छेती निपटारे लिए विशेष अदालतों का गठन, जिहड़ा कि आप पहला भी पढ़ चुके हैं कि सारिਆਂ ਨੂੰ न्याय जल्दी मिले, ईजी मिले, क्योंकि बेटा जुडिशरी न्याय, जुडिशियल का मतलब की होंदा है, न्याय का मतलब की होंदा है कि न्याय मिले और जल्दी मिले। टाइम ते न्याय मिलना बहुत ज़रूरी है, क्योंकि पता है कि अगर सपोज करो पानी की प्यास तुहानूं होण लगी और पानी तुहानूं कहे कि अद्धे घंटे बाद मिलेगा तो उदों तक प्यास मर जाती है। सो इस करके न्याय दे भी यही है कि न्याय जदों जिस व्यक्ति नूं चाहिए उन्होंने जल्दी मिल सके। सो इस दे कारण विशेष अदालतों की गठन की जाती है। चलत अदालतों की व्यवस्था, चलत अदालत होंदियां बेटा तुरदियां फिरदियां अदालतां जिहड़ियां कि फैसले करदियां ने। उस तो बाद समाजिक न्याय बेंच व्यवस्था, ये भी की है कि कई हज़ार मुकदमे जोड़े बहुत लंबे टाइम तो अटके हुए हैं उन्होंने स्पैशल निपटारे लिए भी जी हैगी स्पैशल अदालत जी हैगी वो बैठती है। ठीक है। सो हुण आंदा है बेटा बस इस तो अज आप इन्ना ही करांगे। ठीक है। नैक्सट जिहड़ा हैगा कंपोजिशन ऑफ सुप्रीम कोर्ट वो आप कल करांगे। ठीक है।